ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਬਹੁਤ ਸਵਾਗਤ। ਦੋਸਤੋ ਮਸਲਾ ਇਸ ਲਈ ਹੈ ਕਿ ਪੂਰੇ ਭਾਰਤ ਦੀ ਗੱਲ ਕਰੀਏ ਕਿਤੇ ਨਾ ਕਿਤੇ ਸੜਕਾਂ ਦੇ ਉੱਤੇ ਅੱਜ ਟ੍ਰੈਫਿਕ ਕੰਜੰਕਸ਼ਨ ਇੰਨਾ ਜ਼ਿਆਦਾ ਹੋ ਚੁੱਕਾ, ਇੰਨਾ ਜ਼ਿਆਦਾ ਸੜਕਾਂ ਦੇ ਉੱਤੇ ਵਹੀਕਲ ਦੀ ਤਾਦਾਦ ਹੋ ਚੁੱਕੀ ਹੈ ਕਿ ਸੜਕਾਂ ਦੇ ਉੱਤੇ ਚੱਲਣਾ ਕਈ ਵਾਰ ਜਿਹੜਾ ਰੀਂਗਣ ਦੇ ਬਰਾਬਰ ਹੁੰਦਾ। ਸੋ ਕਿਤੇ ਨਾ ਕਿਤੇ ਇਹ ਸਮੱਸਿਆ ਬਹੁਤ ਭਾਰੀ। ਔਰ ਦੂਸਰਾ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਾਗਰੂਕਤਾ ਦੀ ਬਹੁਤ ਜ਼ਿਆਦਾ ਕਮੀ। ਸੋ ਕਿਤੇ ਨਾ ਕਿਤੇ ਟ੍ਰੈਫਿਕ ਨਿਯਮ ਜਿਹੜੇ ਲੋਕ ਪਾਲਣਾ ਨਹੀਂ ਕਰਦੇ। ਸੋ ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਆਪਣੇ ਅੱਜ ਦਾ ਮਸਲਾ ਪ੍ਰੋਗਰਾਮ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਹੈ ਉਹ ਸਮੇਂ ਦੀ ਲੋੜ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ। ਸਭ ਤੋਂ ਪਹਿਲਾਂ ਤਾਰੁਫ ਮੇਰੇ ਨਾਲ ਬੈਠੇ ਹਨ ਸ਼੍ਰੀ ਨਰੇਸ਼ ਡੋਗਰਾ ਜੀ ਜੋ ਕਿ DCP ਟ੍ਰੈਫਿਕ ਨੇ ਜਲੰਧਰ। ਸਰ ਬਹੁਤ ਸਵਾਗਤ ਹੈ ਤੁਹਾਡਾ। ਔਰ ਨਾਲ ਬੈਠੇ ਹਨ ਡਾਕਟਰ ਨੀਰਜਾ ਢੀਂਗਰਾ ਜੋ ਕਿ ਪ੍ਰਿੰਸੀਪਲ ਨੇ APJ ਕਾਲਜ ਆਫ ਫਾਈਨ ਆਰਟਸ ਜਲੰਧਰ। ਮੈਡਮ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਦਰਸ਼ਕੋ ਘਰ ਬੈਠੇ ਤੁਸੀਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਵੀ ਰਾਬਤਾ ਰੱਖਦੇ ਹੋ। ਸਾਡੇ ਟੈਲੀਫੋਨ ਨੰਬਰ ਨੋਟ ਕਰ ਲਓ 0181 281 42 61 0181 281 42 64। ਸਾਨੂੰ ਤੁਹਾਡੀਆਂ ਕਾਲਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਸਾਡੇ ਡੋਗਰਾ ਜੀ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਗੱਲ ਕਰੀਏ ਸੜਕਾਂ ਦੇ ਉੱਤੇ ਟ੍ਰੈਫਿਕ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਦੇ ਰੂਪ 'ਚ ਦੇਖਣ ਨੂੰ ਮਿਲਦੀ ਪਈ। ਕੀ ਮਹਿਸੂਸ ਕਰਦੇ ਹੋ ਕਿ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਲੋਕੀ ਕਰਨ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਦੇ ਆ? ਕੀ ਰੀਜ਼ਨ ਤੁਸੀਂ ਮਹਿਸੂਸ ਕਰਦੇ ਇਹਦੇ ਪਿੱਛੇ? ਇਹਦੇ ਪਿੱਛੇ ਇੱਕ ਤਾਂ ਰੀਜ਼ਨ ਇਹ ਹੈ ਜੀ ਕਿ ਲੋਕ ਅਵੇਅਰਨੈਸ ਨਹੀਂ ਹੈਗੇ ਜੀ। ਲੋਕਾਂ ਨੂੰ ਅਸੀਂ ਅਵੇਅਰਨੈਸ ਕਰ ਰਹੇ ਹਾਂ ਕਿ ਲੋਕ ਜਿਹੜੇ ਹੈਗੇ ਆ ਰੈੱਡ ਲਾਈਟ ਜਿਹੜੀ ਹੈਗੀ ਆ ਉਹ ਨਾ ਕ੍ਰੋਸ ਕਰਨ ਜੀ। ਠੀਕ ਹੈ ਜੀ। ਉਸ ਤੋਂ ਇਲਾਵਾ ਆਪਣੇ ਜਿਹੜੇ ਉਹਨਾਂ ਦੇ ਬੱਚੇ ਆ, ਬੱਚਿਆਂ ਨੂੰ ਜ਼ਰੂਰ ਅਵੇਅਰਨੈਸ ਕਰਨਾ ਚਾਹੀਦਾ ਕਿਉਂਕਿ 15 ਸਾਲ ਦੇ 16 ਸਾਲ ਦੇ ਜਿਹੜੇ ਹੈਗੇ ਬੱਚੇ ਉਹ ਮੋਟਰਸਾਈਕਲ ਕਾਰਾਂ ਉਹ ਚਲਾਉਂਦੇ, ਉਹਨਾਂ ਨਾਲ ਐਕਸੀਡੈਂਟ ਕਾਫੀ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਮਾਪੇ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਅਵੇਅਰਨੈਸ ਕਰਨਾ ਕਿ ਤੁਸੀਂ ਬੇਟਾ ਨਹੀਂ ਚਲਾਉਣਾ। ਬੱਚੇ ਚੁੱਪਚਾਪ ਮੋਟਰਸਾਈਕਲ ਵੀ ਲੈ ਜਾਂਦੇ, ਘਰੋਂ ਸਕੂਟਰ ਵੀ ਲੈ ਜਾਂਦੇ, ਗੱਡੀ ਵੀ ਲੈ ਜਾਂਦੇ, ਜਾ ਕੇ ਐਕਸੀਡੈਂਟ ਹੁੰਦਾ ਆ। ਆਪ ਤਾਂ ਖਤਰੇ 'ਚ ਪੈਣਾ ਨਾਲ ਜਿਹੜੇ ਅੱਗੇ ਜਾ ਕੇ ਐਕਸੀਡੈਂਟ ਕਰਦੇ ਆ ਉਹਨਾਂ ਨੂੰ ਵੀ ਖਤਰਾ ਹੁੰਦਾ ਉਹਨਾਂ ਜੀ। ਸੋ ਕਿਤੇ ਨਾ ਕਿਤੇ ਜਾਗਰੂਕਤਾ ਜਿਹੜੀ ਹੈ ਇਸ ਦੀ ਜਿਹੜੀ ਕਮੀ ਹੈ ਉਸ ਨੂੰ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾਂਦਾ ਕਿ ਇਹਦੇ ਵਾਸਤੇ ਨਿਯਮ ਜਿਹੜੇ ਹੈ ਉਹਨਾਂ ਦੀ ਪਾਲਣਾ ਪ੍ਰੋਪਰ ਹੋਣੀ ਚਾਹੀਦੀ। ਮੈਡਮ ਤੁਸੀਂ ਜੋ ਕਿ ਇੱਕ ਬਹੁਤ ਪ੍ਰੈਸਟੀਜੀਅਸ ਕਾਲਜ ਦੇ ਪ੍ਰਿੰਸੀਪਲ ਹੋ, ਵਿਦਿਆਰਥੀਆਂ ਵਿੱਚ ਇੱਕ ਚੀਜ਼ ਕਿਉਂਕਿ ਜਵਾਨੀ ਦਾ ਇੱਕ ਕਹਿ ਸਕਦੇ ਅਸਰ ਵੀ ਹੁੰਦਾ ਹੈ ਕਿ ਐਡਵੈਂਚਰਸ ਹੋ ਜਾਂਦੇ ਡਰਾਈਵਿੰਗ ਨੂੰ ਲੈ ਕੇ ਔਰ ਕਈ ਵਾਰੀ ਬੜੀ ਰੈਸ਼ ਡਰਾਈਵਿੰਗ ਜਿਹੜੀ ਆ ਕਰਦੇ। ਸੋ ਇਹ ਕਿੰਨਾ ਕੁ ਘਾਤਕ ਹੋ ਜਾਂਦਾ ਜਿਹੜਾ ਵਿਦਿਆਰਥੀਪਣ ਦੇ ਵਿੱਚ ਜਿਹੜੀ ਡਰਾਈਵਿੰਗ ਹੈ ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਸੁਮੇਲ ਹੁੰਦਾ? ਦੇਖੋ ਵਿਦਿਆਰਥੀ ਜੀਵਨ ਦੇ ਵਿੱਚ ਸੰਜੀਵ ਜੀ ਇਸ ਤਰ੍ਹਾਂ ਹੈ ਕਿ ਬੱਚੇ ਸੀਰੀਅਸਨੈਸ ਨੂੰ ਨਹੀਂ ਇਸ ਚੀਜ਼ ਦੀ ਅੰਡਰਸਟੈਂਡ ਕਰਦੇ, ਪਰ ਜਿਹੜੇ ਇਹ ਟ੍ਰੈਫਿਕ ਰੂਲਸ ਨੂੰ ਤੋੜਨਾ ਉਹ ਨਾ ਇੱਕ ਸ਼ੇਖੀ ਦੇ ਪੁਆਇੰਟ ਆਫ ਵਿਊ ਨਾਲ ਲੈਂਦੇ ਆ ਜੀ ਕਿ ਅਸੀਂ ਮੋਟਰਸਾਈਕਲ ਚਲਾ ਰਹੇ ਹਾਂ ਔਰ ਉਹਦੀ ਰਾਈਡਿੰਗ ਕਰ ਰਹੇ ਹਾਂ, ਹੌਰਨ ਜ਼ੋਰ ਦੀ ਵਜਾ ਰਹੇ ਆ, ਰੇਸਿੰਗ ਇੱਧਰ ਉੱਧਰ ਦੇ ਫਿਰਦੇ ਆ। ਔਰ ਮੈਂ ਸਮਝਦੀ ਹਾਂ ਕਿ ਕਿਤੇ ਨਾ ਕਿਤੇ ਬਚਪਨ ਤੋਂ ਹੀ ਜੇ ਬੱਚਿਆਂ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਇਨਕਲਕੇਟ ਕੀਤੀਆਂ ਜਾਣ ਕਿ ਤੁਸੀਂ ਇੱਦਾਂ ਦੀਆਂ ਸ਼ਰਾਰਤਾਂ ਨਹੀਂ ਕਰਨੀਆਂ ਔਰ ਪੇਰੈਂਟਸ ਹੀ ਕੁਝ ਇੱਦਾਂ ਦਾ ਮਾਹੌਲ ਘਰ ਦੇ ਵਿੱਚ ਰੱਖਣ। ਪੇਰੈਂਟਸ ਜਦੋਂ ਆਪ ਯੰਗ ਹੈ, ਬੱਚੇ ਬਹੁਤ ਛੋਟੇ ਹੈ ਅਤੇ ਪੇਰੈਂਟਸ ਜੇ ਆਪ ਹੀ ਇੱਦਾਂ ਦੀਆਂ ਕੋਈ ਸ਼ਰਾਰਤਾਂ ਕਰਦੇ ਫਿਰਨਗੇ ਸੜਕਾਂ 'ਤੇ ਬੱਚਿਆਂ ਨੂੰ ਉਹਦੇ ਵਿੱਚ ਫਨ ਮਿਲਦਾ ਅਤੇ ਜਿਹੜਾ ਵੱਡਾ ਹੋ ਕੇ ਉਹ ਬੱਚਾ ਉਸੇ ਨੂੰ ਫੋਲੋ ਕਰਦਾ ਕਿ ਮੇਰੇ ਫਾਦਰ ਇਸ 'ਚ ਫਨ ਲੈਂਦੇ ਰਹੇ ਅਤੇ ਉਹ ਵੀ ਉਹਦੇ ਵਿੱਚ ਫਨ ਲੈਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਪਹਿਲੇ ਇਹਦੀ ਜਿਹੜੀ ਟ੍ਰੇਨਿੰਗ ਹੈ ਅਵੇਅਰਨੈਸ I would say ਕਿ ਇੰਸਟੀਟਿਊਸ਼ਨ ਤੋਂ ਬਾਅਦ ਦੇ ਵਿੱਚ ਹੈ, ਪਹਿਲੇ ਘਰਾਂ ਤੋਂ ਸ਼ੁਰੂ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਇੰਸਟੀਟਿਊਸ਼ਨਸ ਆਉਂਦੀਆਂ ਉੱਥੇ ਜਦੋਂ ਬੱਚਿਆਂ ਦਾ ਅਸੀਂ ਉਸ ਤਰੀਕੇ ਨਾਲ ਟ੍ਰੇਨਿੰਗ ਉਹਨਾਂ ਦੀ ਕਰੀਏ ਤੇ ਫਿਰ ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਇਸ ਚੀਜ਼ ਦੇ ਠੀਕ ਨਤੀਜੇ ਨਿਕਲ ਸਕਦੇ ਆ। ਸੋ ਕਿਤੇ ਨਾ ਕਿਤੇ ਘਰਾਂ ਦੇ ਵਿੱਚ ਪੇਰੈਂਟਸ ਜਿਹੜੇ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਚੈੱਕ ਜਿਹੜਾ ਬੱਚਿਆਂ ਦੇ ਉੱਤੇ ਹੋਣਾ ਚਾਹੀਦਾ ਕਿ ਡਰਾਈਵਿੰਗ ਜਿਹੜੀ ਹੈ ਇਸ ਨੂੰ ਮਜ਼ਾਕ ਦੇ ਵਿੱਚ ਨਾ ਲੈਣ ਕਿਉਂਕਿ ਬੱਚਿਆਂ ਵਾਸਤੇ ਇਹ ਡਰਾਈਵਿੰਗ ਐਡਵੈਂਚਰਸ ਹੋਣਾ ਬਹੁਤ ਘਾਤਕ ਹੋ ਸਕਦਾ। ਸਰ ਇੱਕ ਚੀਜ਼ ਜਿਹੜੀ ਆਮ ਤੌਰ 'ਤੇ ਕਿ ਨਿਯਮਾਂ ਦੀ ਜਿਹੜੀ ਪਾਲਣਾ ਆ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਗੈਪ ਜਿਹੜਾ ਨਜ਼ਰ ਆਉਂਦਾ ਕਿਉਂਕਿ ਇਹੀ ਲੋਕ ਜਦੋਂ ਇਹੋ ਜਿਹੇ ਸਿਟੀ ਵਿੱਚ ਜਾਂਦੇ ਜਿੱਥੇ ਨਿਯਮਾਂ ਦੀ ਪਾਲਣਾ ਹੁੰਦੀ ਹੈ ਤਾਂ ਸਾਰੇ ਲੋਕ ਫੋਲੋ ਕਰਦੇ। ਚਾਹੇ ਅਸੀਂ ਚੰਡੀਗੜ੍ਹ ਦੀ ਐਗਜ਼ਾਮਪਲ ਕਰ ਲਈਏ ਅਤੇ ਪੰਜਾਬ ਦੇ ਲੋਕ ਵੀ ਉੱਥੇ ਜਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ, ਬੈਲਟ ਵੀ ਲਗਾਉਂਦੇ ਔਰ ਪ੍ਰੋਪਰ ਆਪਣਾ। ਲੇਕਿਨ ਕਿਤੇ ਨਾ ਕਿਤੇ ਜਦੋਂ ਅਸੀਂ ਮੁੜ ਕੇ ਆਪਣੇ ਵਾਤਾਵਰਨ 'ਚ ਆਉਂਦੇ ਹਾਂ ਤਾਂ ਫਿਰ ਅਸੀਂ ਉਸੇ ਤਰੀਕੇ ਦੇ ਨਾਲ ਕੀ ਸਿਸਟਮ ਨੂੰ ਕਿੰਨਾ ਕੁ ਜ਼ਿੰਮੇਵਾਰ ਜਾਂ ਕਿੱਥੇ ਕਮੀਆਂ ਤੁਸੀਂ ਮਹਿਸੂਸ ਕਰਦੇ? ਇਹਦੇ ਵਿੱਚ ਉਹਨਾਂ ਦੇ ਜਿਹੜੀ ਅਸੀਂ ਕਹਿੰਦੇ ਕਿ ਅਸੀਂ ਚੰਡੀਗੜ੍ਹ ਜਾਂਦੇ ਹਾਂ ਅਸੀਂ ਬੈਲਟ ਲਾ ਲੈਂਦੇ ਹਾਂ ਜਾਂ ਪੂਰੇ ਕਾਗਜ਼ ਰੱਖਦੇ ਹਾਂ, ਉਹ ਵੀ ਠੀਕ ਹੈ ਤੁਹਾਡੀ ਗੱਲ ਕਿ ਅਸੀਂ ਜਾਂਦੇ ਹੀ ਉੱਥੇ ਲਾ ਲੈਂਦੇ ਕਿਉਂਕਿ ਉਹ ਮੰਨਦੇ ਨਹੀਂ ਆ ਜੀ। ਉਹ ਕਿਸੇ ਦੀ ਮੰਨਦੇ ਨਹੀਂ, ਨਾ ਉਹ ਕਿਸੇ ਦੀ ਗੱਲ ਸੁਣਦੇ, ਚਲਾਨ ਕਰ ਦਿੰਦੇ। ਸਾਡੇ ਥੋੜ੍ਹਾ ਜਿਹਾ ਸਾਨੂੰ ਲੋਕਾਂ ਨਾਲ ਦੇਖਣਾ ਵੀ ਪੈਂਦਾ। ਸਾਨੂੰ ਉਹਨਾਂ ਨਾਲ ਲੋਕਾਂ ਨਾਲ ਰੋਜ਼
ਵਿਚਰਨਾ ਪੈਂਦਾ ਆ। ਸਾਨੂੰ ਕਰਦੇ, ਸਾਨੂੰ ਫੋਨ ਵੀ ਕਰ ਦਿੰਦੇ, ਸਾਡਾ ਬੇਟਾ ਆ ਜੀ ਉਹਨੂੰ ਰੈੱਡ ਲਾਈਟ ਤੇ ਖੜਾ ਕੀਤਾ, ਫੋਨ ਕਰ ਦਿੰਦੇ ਸਾਨੂੰ ਜਾਂ ਕੋਈ ਨਾ ਕੋਈ, ਅਸੀਂ ਫੇਰ ਵੀ ਉਹਨਾਂ ਨੂੰ ਅਪਰਾਈਜ਼ ਕਰ ਦਈਦਾ ਸ਼ਹਿਰਦਾਰੀ ਕਰਕੇ, ਕੋਈ ਨਾ ਕੋਈ ਅਸੀਂ ਫੇਰ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਆਪਣੇ ਬੱਚਿਆਂ ਦੇ ਕਾਗਜ਼ ਪੱਤਰ ਪੂਰੇ ਰੱਖਣ ਔਰ ਅਵੇਅਰਨੈਸ ਰੱਖਣ ਔਰ ਬੈਲਟ ਬੁਲਟ ਵਗੈਰਾ ਲਾ ਕੇ ਰੱਖਣ। ਇਹੀ ਸਾਡੀ ਇਹਨਾਂ ਨੂੰ ਰਿਕੁਐਸਟ ਹੈ ਸਾਰਿਆਂ ਨੂੰ ਜੀ। ਮੈਡਮ ਤੁਸੀਂ ਕੁਝ ਕੰਟਰੀਬਿਊਟ ਕਰੋ। ਮੈਂ ਇਸ ਵਿੱਚ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਕੀ ਹੈ ਕਿ ਦੇਖੋ ਇੱਕ ਨਾਰਮਲ ਡਿਮਾਂਡ ਐਂਡ ਸਪਲਾਈ ਦੀ ਰੇਸ਼ੋ ਹੁੰਦੀ ਹੈ। ਹੁਣ ਜੋ ਮੈਂ ਫੀਲ ਕਰਦੀ ਹਾਂ ਕਿ ਜਿਹੜਾ ਸਾਡੇ ਟ੍ਰੈਫਿਕ ਪੁਲਿਸ ਦਾ ਅਮਲਾ ਹੈਗਾ ਉਹਦਾ ਨੰਬਰ ਘੱਟ ਹੈ ਤੇ ਰਿਕੁਆਇਰਮੈਂਟ ਜਿਹੜੀ ਹੈ ਬਹੁਤ ਜ਼ਿਆਦਾ ਹੈ। ਔਰ ਉੱਪਰੋਂ ਮੈਂ ਇਹ ਚੀਜ਼ ਫੀਲ ਕਰਦੀ ਹਾਂ ਕਿ ਜਿਹੜਾ ਟ੍ਰੈਫਿਕ ਪੁਲਿਸ ਦਾ ਅਮਲਾ ਹੈ ਉਹਨਾਂ ਨੂੰ ਮਲਟੀਪਲ ਟਾਸਕਿੰਗ ਉਹਨਾਂ ਨੂੰ ਕਰਨੀ ਪੈ ਰਹੀ ਹੈ। ਬਹੁਤ ਇੰਪੋਰਟੈਂਟ ਜਿੱਥੋਂ ਤੱਕ ਮੈਂ ਦੇਖਿਆ ਕਿ ਉਹਨਾਂ ਨੇ ਸੇਫਟੀ ਮਈਅਰਸ ਵੀ ਦੇਖਣੇ ਆ, ਪੈਡੈਸਟਰੀਅਨਸ ਦਾ ਵੀ ਦੇਖਣਾ ਹੈ, ਉਹਨਾਂ ਨੇ ਜਿਹੜੇ ਕੋਈ ਸਸਪੈਕਟ ਵਹੀਕਲਸ ਹੈਗੇ ਉਹਨਾਂ ਨੂੰ ਵੀ ਰੋਕਣਾ ਹੈ। ਤੇ ਜਦੋਂ ਮੈਨੂੰ ਲੱਗਦਾ ਕਿ ਉਹ ਇੱਕ ਚੀਜ਼ ਵੱਲ ਬਿਜ਼ੀ ਹੁੰਦੇ ਆ ਤੇ ਉਧਰੋਂ ਦੂਜੇ ਪਾਸੇ ਰੂਲ ਟੁੱਟ ਰਿਹਾ ਹੁੰਦਾ ਹੈ। ਸੋ ਇਹ ਵੀ ਜਿਹੜਾ ਹੈ ਨਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨੰਬਰ ਜਿਹੜਾ ਹੈ ਨਾ ਟ੍ਰੈਫਿਕ ਪੁਲਿਸ ਦਾ ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਪੂਲੇਸ਼ਨ ਉਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ, ਕਿਉਂਕਿ ਬਹੁਤ ਇੰਪੋਰਟੈਂਟ ਹੈ ਕਿ ਟ੍ਰੈਫਿਕ ਨੂੰ ਵੀ ਸੁਚਾਰੂ ਰੱਖਣਾ। ਸਰ ਇਹਦੇ ਨਾਲ ਜੁੜਿਆ ਹੋਇਆ ਕਿ ਅਸੀਂ ਦੇਖਦੇ ਹਾਂ ਕਿ ਇਹ ਵੀ ਆਮ ਤੌਰ ਤੇ ਇਲਜ਼ਾਮ ਜਾਂ ਅਸੀਂ ਕਹਿ ਸਕਦੇ ਹਾਂ ਕਿ ਟ੍ਰੈਫਿਕ ਜਿਹੜੇ ਕਰਮਚਾਰੀ ਹੈ ਉਹ ਕਈ ਵਾਰੀ ਟ੍ਰੈਫਿਕ ਜਾਮ ਨੂੰ ਕਲੀਅਰ ਕਰਨ ਦੀ ਬਜਾਏ ਚਲਾਨ ਕੱਟਣ ਦੇ ਵਿੱਚ ਬਿਜ਼ੀ ਹੁੰਦੇ। ਸੋ ਇਹ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਇਹਦੇ ਵਿੱਚ ਕਈਆਂ ਨੂੰ ਬੰਦਿਆਂ ਨੂੰ ਕਾਹਲੀ ਹੁੰਦੀ ਕਿ ਮੈਂ ਕ੍ਰਾਸ ਕਰ ਲਵਾਂ, ਰੈੱਡ ਲਾਈਟ ਕ੍ਰਾਸ ਕਰਕੇ। ਜਦੋਂ ਰੈੱਡ ਲਾਈਟ ਕ੍ਰਾਸ ਕਰਦੇ, ਜਦੋਂ ਸਾਰੇ ਟ੍ਰੈਫਿਕ ਵਾਲੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨ ਕਰਦੇ ਆ ਔਰ ਉਸ ਵੇਲੇ ਥੋੜੀ ਜਿਹੀ ਸਮੱਸਿਆ ਆਉਂਦੀ, ਪਰ ਅਸੀਂ ਉਸ ਵੇਲੇ ਵੀ ਜਿਹੜੀ ਟ੍ਰੈਫਿਕ ਹੈਗੀ ਆ ਨਾਰਮਲ ਚਲਾ ਦਈਦੀ ਆ, ਕਿਉਂਕਿ ਕਾਹਲੀ ਹੁੰਦੀ ਹਰ ਨੂੰ ਕਿ ਮੈਂ ਛੇਤੀ ਪਹੁੰਚਾਂ। ਇਹ ਨਹੀਂ ਹੁੰਦਾ ਕਿ ਯਕਦਮ ਜਦੋਂ ਰੈੱਡ ਲਾਈਟ ਕ੍ਰਾਸ ਕਰਦੇ, ਜਿਹੜੇ ਗ੍ਰੀਨ ਵਾਲੇ ਹੁੰਦੇ ਕਈ ਵੇਲੇ ਐਕਸੀਡੈਂਟ ਹੋ ਜਾਂਦਾ। ਇਸ ਕਰਕੇ ਅਸੀਂ ਜਿਹੜਾ ਰੈੱਡ ਲਾਈਟ ਕ੍ਰਾਸ ਕਰਦਾ ਆ ਉਹਨੂੰ ਇੱਕ ਤਾਂ ਨਿਯਮਾਂ ਦੀ ਪਾਲਣਾ ਦੱਸੀ ਦੀ ਵੀ ਕਿ ਤੁਸੀਂ ਗਲਤ ਕਰ ਰਹੇ ਹੋ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਚਲਾਨ ਬੰਦਾ ਉਹ ਕਰੀਦਾ ਸੀ ਜੀ। ਸੋ ਮਤਲਬ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਨਿਯਮਾਂ ਦੀ ਉਲੰਘਣਾ ਕਰਾਂਗੇ ਐਕਸੀਡੈਂਟ ਹੋਣ ਦੀ ਸੰਭਾਵਨਾ ਇੱਕਦਮ ਬਹੁਤ ਜ਼ਿਆਦਾ ਵੱਧ ਜਾਂਦੀ। ਸੋ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਦਾ ਵੀ ਸਾਡੇ ਨਾਲ ਸਿਰਫ ਇਹੀ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰੀਏ, ਜੋ ਕਿ ਤਾਂ ਹੀ ਚਲਾਨ ਤੋਂ ਅਸੀਂ ਬਚ ਸਕਦੇ ਹਾਂ। ਮੈਡਮ ਤੁਹਾਡੇ ਕੋਲੋਂ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਕਿਹੜਾ ਸਿਗਨਲ ਕਿਸ ਵਾਸਤੇ ਹੈ। ਇਹਦੇ ਵਾਸਤੇ ਕਾਲਜਿਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਭੂਮਿਕਾ ਥੋੜੀ ਅਹਿਮ ਹੋ ਜਾਂਦੀ ਕਿ ਵਿਦਿਆਰਥੀਆਂ ਨੂੰ ਅਗਰ ਅਸੀਂ ਜਾਗਰੂਕ ਕਰ ਦਈਏ ਤਾਂ ਉਹ ਜ਼ਿਆਦਾ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇੱਕ ਬਹੁਤ ਵੱਡਾ ਇਹ ਮੁੱਦਾ ਹੈ ਕਿ ਬੱਚਿਆਂ ਦੇ ਵਿੱਚ ਟ੍ਰੈਫਿਕ ਅਵੇਅਰਨੈਸ ਕ੍ਰੀਏਟ ਕਰਨਾ, ਔਰ ਅਸੀਂ ਸਕੂਲਸ ਦੇ ਵਿੱਚ, ਕਾਲਜਿਸ ਦੇ ਵਿੱਚ ਰੈਗੂਲਰਲੀ ਇੱਦਾਂ ਦੇ ਪ੍ਰੋਗਰਾਮ ਕਰਵਾਈਦੇ ਆ ਜਿਹਦੇ ਨਾਲ ਬੱਚਿਆਂ ਦੇ ਵਿੱਚ ਜਿਹੜੇ ਐਡੋਲੈਸੈਂਟ ਏਜ ਦੇ ਵਿੱਚ ਹੀ ਇਹਨਾਂ ਚੀਜ਼ਾਂ ਨਾਲ ਉਹਨਾਂ ਨੂੰ ਅਵੇਅਰ ਕੀਤਾ ਜਾਏ। ਔਰ ਅਸੀਂ ਜਿੱਦਾਂ ਹੁਣ ਪਿੱਛੇ ਜਿਹੇ ਵੀ ਇੱਕ ਟ੍ਰੈਫਿਕ ਸੁਰੱਖਿਆ ਹਫ਼ਤਾ ਇੱਕ ਮਨਾਇਆ, ਉਹਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਟ੍ਰੈਫਿਕ ਜਿਹੜੇ ਸਿੰਬਲਸ ਹੈਗੇ ਆ ਉਹਨਾਂ ਬਾਰੇ ਦੱਸਿਆ, ਜਾਂ ਉਹਨਾਂ ਨੂੰ ਸੇਫਟੀ ਰੂਲਸ ਵਾਸਤੇ ਦੱਸਿਆ, ਜਾਂ ਉਹਨਾਂ ਨੂੰ ਜਿਹੜੀ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਉਹਨਾਂ ਨੂੰ ਅਸੀਂ ਜਾਗਰੂਕ ਕੀਤਾ ਕਿ ਇਹ ਕਰਨਾ ਬਹੁਤ ਜ਼ਰੂਰੀ ਹੈ। ਤੇ ਮੇਰਾ ਖਿਆਲ ਹੈ ਕਿ ਰੈਗੂਲਰਲੀ ਸਾਡੇ NSS ਵੋਲੰਟੀਅਰਸ ਹੈ, NCC ਵਾਲੇ ਹੈ, ਉਹ ਰੈਗੂਲਰਲੀ ਇਹਨਾਂ ਚੀਜ਼ਾਂ ਉੱਤੇ ਮਤਲਬ ਅਮਲ ਕਰਦੇ ਆ। ਅਵੇਅਰਨੈਸ ਕੰਪੇਨਸ ਅਸੀਂ ਕ੍ਰੀਏਟ ਕਰਦੇ ਹਾਂ ਜੀ। ਸੋ ਬੜਾ ਅਹਿਮ ਹੈ ਕਿ ਵਿਦਿਆਰਥੀਆਂ ਵਿੱਚ ਅਵੇਅਰਨੈਸ ਕੰਪੇਨ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਕਿ ਅਸੀਂ ਉਹਨਾਂ ਨੂੰ ਜਾਗਰੂਕ ਕਰ ਸਕੀਏ ਕਿ ਉਹ ਰੂਲਸ ਜਿਹੜੇ ਆ ਉਹ ਫੋਲੋ ਕਰਨ। ਆਪਾਂ ਚਰਚਾ ਜਾਰੀ ਰੱਖਦੇ। ਇੱਕ ਦਰਸ਼ਕ ਸਾਡਾ ਫੋਨ ਤੇ ਜੁੜ ਚੁੱਕੇ ਹੈ, ਬਹੁਤ ਸਵਾਗਤ ਹੈ ਤੁਹਾਡਾ। ਸਾਡਾ ਕੋਈ ਵੀ ਜਿਹੜਾ ਆਦਮੀ ਜਦੋਂ ਸੜਕ ਤੇ ਚੱਲਦਾ, ਜੇ ਕੋਈ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਜਿੱਦਾਂ ਸਰ ਕਹਿ ਰਹੇ ਨੇ ਕਿ ਜਦੋਂ ਅਸੀਂ ਕਿਸੇ ਨੂੰ ਫੜਦੇ ਹਾਂ ਤੇ ਕੋਈ ਨਾ ਕੋਈ ਸਾਨੂੰ ਫੋਨ ਆ ਜਾਂਦਾ, ਆਪਣੇ ਤੋਂ ਵੱਡੇ ਸਾਡੇ ਅਫਸਰ ਦਾ ਆ ਜਾਂਦਾ ਜਾਂ ਕਿਸੇ ਲੀਡਰ ਮੰਤਰੀ ਦਾ ਆ ਜਾਂਦਾ ਤੇ ਸਾਨੂੰ ਮਜਬੂਰੀ ਕਰਕੇ ਛੱਡਣਾ ਪੈਂਦਾ ਵਾ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਸੜਕਾਂ ਦੇ ਵਿੱਚ ਮੈਂ ਪਿੱਛੇ ਜੇ ਪੜ੍ਹਿਆ ਸੀ ਅਖਬਾਰ ਦੇ ਉੱਤੇ, ਉਹ ਬੰਬ ਚਲਾਉਂਦੇ ਨੇ, ਮੋਟਰਸਾਈਕਲ ਤੇ ਜਾਂਦੇ ਠਾਠ ਕਰਦੇ ਜਾਂਦੇ, ਉਹ ਕੋਰਟ ਦੇ ਵਿੱਚ ਉਹਨਾਂ ਨੇ ਆਖਿਆ 5000 ਰੁਪਈਆ ਜੁਰਮਾਨਾ ਨਹੀਂ ਹੋ ਸਕਦਾ ਔਰ ਉਹ ਆਦਮੀ ਨੂੰ ਸਜ਼ਾ ਵੀ ਹੋ ਸਕਦੀ ਜਿਹੜਾ ਕਾਨੂੰਨ ਦਾ ਉਲੰਘਣਾ ਕਰਦਾ। ਪਰ ਕੋਈ ਮੇਰਾ ਖਿਆਲ ਦਾ ਕੋਈ 2-4 ਮਹੀਨੇ ਏਦਾਂ ਹੋਇਆ, ਮੁੜ ਕੇ ਉਹੋ ਹੀ ਫੇਰ ਉਦਾਂ ਹੀ ਚੱਲਦਾ ਵਾ ਵੀ ਜਿਹੜਾ ਕੋਈ ਕਾਨੂੰਨ ਮੰਨਦਾ 2-4 ਦਿਨ ਚੱਲਦਾ ਵਾ, ਬਾਅਦ ਚ ਫਿਰ ਉਸੇ ਤਰ੍ਹਾਂ ਆਮ ਦੀ ਤਰ੍ਹਾਂ ਚੱਲਣ ਲੱਗ ਜਾਂਦਾ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਜਿੰਨੇ ਵੀ ਇਹ ਅਦਾਰੇ ਦੇ ਵਿੱਚ ਨਾਲ ਸੰਬੰਧ ਰੱਖਦੇ ਨੇ ਕਰਮਚਾਰੀ, ਉਹਨਾਂ ਦਾ ਸਹਿਯੋਗ ਕਰੀਏ ਜੀ। ਸੋ ਬੜੀ ਅਹਿਮ ਸਾਡੇ ਦਰਸ਼ਕ ਨੇ ਗੱਲ ਜਿਹੜੀ ਮੈਂ ਡਾਕਟਰ ਸਾਹਿਬ ਕਿ ਕਿਉਂਕਿ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਕਈ ਵਾਰੀ ਪ੍ਰੈਸ਼ਰਾਈਜ਼ ਕਰਮਚਾਰੀ, ਕਿਉਂਕਿ ਉਹ ਛੋਟੇ ਕਰਮਚਾਰੀ ਜਿਹੜੇ ਡਿਊਟੀ ਦੇ ਉੱਤੇ ਤੈਨਾਤ ਹੁੰਦੇ ਆ, ਸੋ ਉਹਨਾਂ ਨੂੰ ਤੁਸੀਂ ਕਿੱਦਾਂ ਮੋਬਿਲਾਈਜ਼ ਕਰਦੇ ਹੋ ਤਾਂ ਕਿ ਉਹ ਕਿਸੇ ਦੇ ਪ੍ਰੈਸ਼ਰ ਥੱਲੇ ਨਾ ਆਉਣ, ਕਿਸੇ ਦਾ ਫੋਨ ਜਿਹੜਾ ਸੁਣ ਕੇ ਉਹ ਜਿਹੜਾ ਚਲਾਨ ਜਿਹੜਾ ਨਾ ਕੱਟਣ, ਔਰ ਇਹ
ਟ੍ਰੈਫਿਕ ਕਰਮਚਾਰੀਆਂ ਦਾ ਮੋਰਲ ਜਿਹੜਾ ਉਹ ਬਣਿਆ ਰਿਹਾ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ? ਇੱਕ ਤਾਂ ਹੁਣੀ ਜਿਹੜਾ ਉਹਨਾਂ ਫੋਨ ਕਾਲ ਆਈ ਉੱਤੇ ਗੱਲ ਕਰਦੇ ਸੀ, ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ, ਬੁਲਟ ਦੇ ਪਟਾਕੇ ਬਹੁਤ ਮਾਰਦੇ ਆ। ਅਸੀਂ ਕਮ ਸੇ ਕਮ ਘੱਟ ਤੋਂ ਘੱਟ ਅਸੀਂ 2-4 ਮਹੀਨੇ ਦੇ ਵਿੱਚ 600-700 ਬੁਲਟ ਜਿਹੜਾ ਹੈਗਾ ਬੰਦ ਕੀਤਾ, ਜਿਹੜਾ ਪਟਾਕੇ ਮਾਰਦੇ ਸੀ। ਔਰ ਅਸੀਂ ਖਾਸ ਕਰਕੇ ਸਾਡੇ CP ਸਾਹਿਬ ਨੇ ਹਦਾਇਤ ਦਿੱਤੀ ਆ ਕਿ ਜਿਹੜੇ ਪਟਾਕੇ ਮਾਰਦੇ ਬੁਲਟ ਟੋਟਲ ਬੰਦ ਕਰੀਦੇ, ਵੱਧ ਤੋਂ ਵੱਧ ਉਹਨਾਂ ਦਾ ਵੱਡਾ ਚਲਾਨ 5000 ਦਾ ਜਾਂ 10000 ਦਾ ਉਹਨਾਂ ਦਾ ਕਰੀਦਾ, ਕਿਉਂਕਿ ਅਸੀਂ ਆਪਣੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਮਨੋਬਲ ਨਹੀਂ ਟੁੱਟਣ ਦੇਈਦਾ, ਉਹਨਾਂ ਮਨੋਬਲ ਪੂਰਾ ਰੱਖੀਦਾ ਠੋਕ ਕੇ। ਇਹ ਨਹੀਂ ਕਿ ਉਹਨਾਂ ਦਾ ਕੋਈ ਕਿਸੇ ਦਾ ਫੋਨ ਵੀ ਆ ਜਾਵੇ, ਕਿਸੇ ਦਾ ਆ ਜਾਵੇ, ਅਸੀਂ ਕਹਿੰਦੇ ਨਹੀਂ ਤੁਸੀਂ ਚਲਾਨ ਕਰੋ, ਜਿਹੜਾ ਬੰਦ ਹੈ ਇਹਦਾ ਚਲਾਨ ਕੀਤਾ ਜਾਵੇ ਇਹਨਾਂ ਦਾ। ਸੋ ਬੜਾ ਅਹਿਮ ਹੈ ਕਿ ਡਿਊਟੀ ਜਿਹੜੀ ਹੈ ਉਸ ਵਿੱਚ ਕੁਤਾਹੀ ਨਾ ਹੋਏ ਔਰ ਟ੍ਰੈਫਿਕ ਨਿਯਮ ਜਿਹੜੇ ਉਸ ਨੂੰ ਪਾਲਣਾ ਹੋਏ। ਮੈਡਮ, ਚੂੰਕਿ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਜਾਮ ਜਿਹੜਾ ਇਸ ਵੇਲੇ ਟ੍ਰੈਫਿਕ ਹੈ, ਇਸ ਨੂੰ ਸੁਚਾਰੂ ਕਰਨ ਵਾਸਤੇ ਬਹੁਤ ਸਾਰੇ ਵਿਉਂਤਬੰਦੀ ਸਰਕਾਰਾਂ ਕਰਦੀਆਂ ਔਰ ਇੱਕ ਇਹਦੇ ਵਿੱਚ ਆਮ ਤੌਰ 'ਤੇ ਰਾਈਡ ਸ਼ੇਅਰਿੰਗ ਜਿਹੜੇ ਐਪਸ ਵੀ ਹੁਣ ਅੱਜ ਕੱਲ੍ਹ ਚੱਲ ਰਹੇ ਆ, ਜਾਂ ਕਾਰ ਪੂਲਿੰਗ ਸਿਸਟਮ ਹੈ ਕਿ ਅਗਰ ਇੱਕ ਜਗ੍ਹਾ ਦੇ ਉੱਤੇ ਜਾਣਾ, ਇਹ ਕਿੰਨਾ ਕੁ ਸਹਾਈ ਹੋ ਸਕਦੇ ਆ ਜਾਮ ਦੀ ਸਮੱਸਿਆ ਨੂੰ ਨਿਜਾਤ ਦਿਲਾਉਣ ਦੇ ਲਈ? ਇਹ ਕਾਫੀ ਹੱਦ ਤੱਕ ਜਿਹੜੀ ਜੇ ਅਸੀਂ ਇਹਦੀ ਪਾਲਣਾ ਕਰੀਏ ਤੇ ਬਹੁਤ ਹੈਲਪਫੁਲ ਹੋ ਸਕਦਾ ਹੈ, ਕਿਉਂਕਿ ਆਫਿਸਿਸ ਦਾ ਜਾਂ ਕਾਲਜਿਸ ਦਾ ਜਾਂ ਸਕੂਲਸ ਦੇ ਜਿਹੜੇ ਟਾਈਮਿੰਗਸ ਹੈ, ਤੁਸੀਂ ਉਸ ਲਈ ਨੋਟ ਕੀਤਾ ਹੋਣਾ ਕਿ ਉਸ ਰੈੱਡ ਲਾਈਟਸ ਦੇ ਉੱਪਰ ਇੰਨੀਆਂ ਕੁ ਲੰਬੀਆਂ ਲਾਈਨਸ ਉੱਥੇ ਕ੍ਰੀਏਟ ਹੋ ਜਾਂਦੀਆਂ। ਅਤੇ ਮੇਰਾ ਖਿਆਲ ਹੈ ਕਿ ਜੇ 5 ਇੰਪਲੋਈ ਇੱਕ ਆਫਿਸ ਦੇ ਇੱਕੋ ਕਾਰ ਦੇ ਵਿੱਚ ਜਾ ਰਹੇ ਆ ਤੇ ਕਿੱਥੇ 5 ਕਾਰਾਂ ਆਉਣੀਆਂ, ਕਿੱਥੇ ਇੱਕ ਕਾਰ ਆਉਣੀ ਹੈ, ਤੇ ਉਹਦੇ ਨਾਲ ਮੇਰਾ ਖਿਆਲ ਹੈ ਕਿ ਕਾਫੀ ਇਹ ਸਮੱਸਿਆ ਜਿਹੜੀ ਹੈ ਅਸੀਂ ਇਹਨੂੰ ਡੀਲ ਕਰ ਸਕਦੇ ਹਾਂ। ਸੋ ਇਸ ਚੀਜ਼ ਨੂੰ ਇਨਕਰੇਜ ਕੀਤਾ ਜਾਣਾ ਚਾਹੀਦਾ ਕਿ ਅਗਰ ਇੱਕ ਇਲਾਕੇ ਦੇ ਜਾਂ ਇੱਕ ਆਫਿਸ ਦੇ ਕਰਮਚਾਰੀ ਹੈ ਤਾਂ ਇੱਕ ਵਾਹੀਕਲ ਜੇ ਯੂਜ਼ ਕਰ ਸਕਦੇ ਤਾਂ ਉਹਦੇ ਵਾਸਤੇ ਟਰਾਈ ਕਰਨੀ ਚਾਹੀਦੀ। ਸਰ, ਮੈਂ ਇੱਕ ਚੀਜ਼ ਜਿਹੜੀ ਕਿ ਇਹ ਟ੍ਰੈਫਿਕ ਕਰਮਚਾਰੀ, ਜਿਸ ਤਰ੍ਹਾਂ ਮੈਡਮ ਨੇ ਵੀ ਗੱਲ ਕੀਤੀ ਕਿ ਇਹਨਾਂ ਦੀ ਸੰਖਿਆ ਪਾਪੂਲੇਸ਼ਨ ਦੇ ਹਿਸਾਬ ਨਾਲ, ਵਾਹੀਕਲ ਦੇ ਹਿਸਾਬ ਨਾਲ ਬਹੁਤ ਘੱਟ ਹੈ, ਔਰ ਚੌਂਕਾਂ ਦੇ ਵਿੱਚ ਕਈ ਵਾਰੀ ਸਾਊਂਡ ਪੋਲਿਊਸ਼ਨ ਵੀ ਹੈ, ਟ੍ਰੈਫਿਕ ਦੀ ਸਮੱਸਿਆ ਵੀ ਹੈ, ਔਰ ਇਹ ਜਿਹੜੇ ਕਰਮਚਾਰੀ ਹੈ ਇਹਨਾਂ ਦੀ ਹੈਲਥ ਨੂੰ ਵੀ ਕੇਅਰ ਕਰਨੀ, ਉਹਨਾਂ ਨੂੰ ਤਾਂ ਕਿ ਉਹ ਤੰਦਰੁਸਤ ਰਹਿਣ, ਤਾਂ ਕਿ ਆਪਣੇ ਪਰਿਵਾਰ ਨੂੰ ਔਰ ਆਪਣੇ ਜਿਹੜੇ ਸਰੀਰ ਨੂੰ ਵੀ ਤੰਦਰੁਸਤ ਰੱਖਣ। ਸੋ ਇਹਦੇ ਵਾਸਤੇ ਤੁਸੀਂ ਕੋਈ ਖਾਸ ਉਪਰਾਲੇ ਕਰਦੇ? ਇਹਦੇ ਵਾਸਤੇ ਇਹਨਾਂ ਨੂੰ ਵੀਕਲੀ ਰੈਸਟ ਹੁੰਦੀ ਹੈ ਜੀ, ਇਹਨਾਂ ਨੂੰ ਬਕਾਇਦਾ ਮੈਡੀਕਲ ਹੁੰਦਾ ਸਾਰਿਆਂ ਦਾ ਜੀ, ਪ੍ਰੋਪਰ ਇਹਨਾਂ ਦਾ ਧਿਆਨ ਰੱਖੀਦਾ। ਪਿੱਛੇ ਲਾਕਡਾਊਨ ਦੇ ਵਿੱਚ ਸਾਡੀ ਜਿਹੜੀ ਡਿਊਟੀ ਲੱਗੀ ਸੀਗੀ ਉਹਦੇ ਵਿੱਚ ਇਹਨਾਂ ਦਾ ਸਪੈਸ਼ਲ ਸਾਡੇ ਮਾਨ CP ਸਾਹਿਬ ਨੇ ਇਹਨਾਂ ਦਾ ਬਕਾਇਦਾ ਇਹਨਾਂ ਦੀ ਡਾਈਟ ਦਾ, ਇਹਨਾਂ ਦਾ ਹਰ ਚੀਜ਼ ਦਾ ਖਿਆਲ ਰੱਖਿਆ। ਤੁਸੀਂ ਵੀ ਦੇਖਿਆ ਹੋਣਾ, ਅਸੀਂ ਆਪ ਜਾ ਕੇ ਇਹਨਾਂ ਦੀ ਹੈਲਥ ਦਾ ਸਾਰਾ ਕੀਤਾ। ਹੁਣ ਵੀ ਜਿਹੜਾ ਚੱਲ ਰਿਹਾ ਇਹਨਾਂ ਦਾ ਮੈਡੀਕਲ ਜਿਹੜਾ ਸਾਡਾ ਚੱਲਦਾ ਹੁੰਦਾ 6 ਮਹੀਨੇ ਬਾਅਦ ਮੈਡੀਕਲ ਚੱਲਦਾ, ਉਹ ਹੁਣ ਵੀ ਇਸ ਵੇਲੇ ਚੱਲ ਰਿਹਾ ਮੈਡੀਕਲ ਸਾਰਿਆਂ ਦਾ ਜੀ। ਸੋ ਬਹੁਤ ਇੰਪੋਰਟੈਂਟ ਹੈ ਕਿ ਕਰਮਚਾਰੀ ਜਿਹੜੇ ਇਹਨਾਂ ਦੀ ਸਿਹਤ ਜਿਹੜੀ, ਕਿਉਂਕਿ ਸੜਕਾਂ ਦੇ ਉੱਤੇ ਡਿਊਟੀ ਨਿਭਾਉਣੀ ਕਿਤੇ ਨਾ ਕਿਤੇ ਬਹੁਤ ਡਿਫਿਕਲਟ ਜੌਬ ਹੈ। ਮੈਡਮ, ਤੁਸੀਂ ਕੁਝ ਕੰਟਰੀਬਿਊਟ ਕਰਨਾ? ਮੈਂ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਿਹੜੇ ਕਰਮਚਾਰੀ ਹੈਗੇ ਟ੍ਰੈਫਿਕ ਪੁਲਿਸ ਦੇ, ਉਹਨਾਂ ਦਾ ਹੈਲਥ ਚੈੱਕਅਪ, ਉਹਦੇ ਨਾਲ ਮੈਂ ਕਹਾਂਗੀ ਕਿ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹਦੇ ਜਿਹੜੇ ਡਰਾਈਵਰਸ ਔਰ ਕੰਡਕਟਰਸ ਹੈ ਉਹਨਾਂ ਦਾ ਵੀ ਹੈਲਥ ਚੈੱਕਅਪ ਜਿਹੜਾ ਉਨਾ ਹੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜੀਆਂ ਬਿਮਾਰੀਆਂ ਡਾਇਬਟੀਜ਼, ਹਾਈਪਰਟੈਂਸ਼ਨ, ਇਹ ਇੰਨੀਆਂ ਕੁ ਜ਼ਿਆਦਾ ਪ੍ਰੀਵੈਲੈਂਟ ਹੈ, ਔਰ ਖਾਸ ਕਰਕੇ ਇੱਕ ਪਰਟੀਕੂਲਰ ਏਜ ਗਰੁੱਪ ਦੇ ਵਿੱਚ। ਤੇ ਮੇਰੇ ਖਿਆਲ ਡਰਾਈਵਰਸ ਦਾ ਵੀ ਜਿਹੜਾ ਹੈਲਥ ਚੈੱਕਅਪ ਹੈ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਆਏ ਦਿਨ ਕਈ ਵਾਰੀ ਐਕਸੀਡੈਂਟਸ ਹੁੰਦੇ ਔਰ ਕਾਰਨ ਕੋਈ ਵੀ ਨਹੀਂ ਪਤਾ ਲੱਗਦਾ, ਬਾਅਦ ਚ ਪਤਾ ਲੱਗਦਾ ਜੀ ਡਰਾਈਵਰ ਨੂੰ ਸਮਝ ਨਹੀਂ ਆਈ ਜੀ, ਜਾਂ ਮੇ ਵੀ ਉਹਦੀ ਮੈਡੀਕਲ। ਇਹ ਬਹੁਤ ਸਮੇਂ ਸਿਰ ਲੋੜੀਂਦੀ ਜਾਂਚ ਜਿਹੜੀ ਹੋਣੀ ਚਾਹੀਦੀ। ਇਹਦੇ ਵਿੱਚ ਅਸੀਂ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਅਵੇਅਰਨੈਸ ਕੈਂਪ ਲਗਾ ਰਹੇ ਹਾਂ ਜੀ। ਅਸੀਂ ਉਹਨਾਂ ਦਾ ਬਕਾਇਦਾ, ਉਹਨਾਂ ਦੇ ਡਰਾਈਵਰਾਂ ਦਾ, ਉਹਨਾਂ ਦਾ ਜਿਹੜੇ ਨਾਲ ਪਿੱਛੇ ਕੈਲੰਡਰ, ਉਹਨਾਂ ਦਾ ਮੈਡੀਕਲ ਕਰਾ ਰਹੇ ਹਾਂ। ਇਹ ਕੋਈ ਨਸ਼ਾ ਤਾਂ ਨਹੀਂ ਕਰਦਾ ਜੀ। ਆਪਾਂ ਚਰਚਾ ਜਾਰੀ ਰੱਖਦੇ ਹਾਂ। ਇੱਕ ਦਰਸ਼ਕ ਸਾਡੇ ਨਾਲ ਫੋਨ ਤੇ ਜੁੜ ਚੁੱਕੇ, ਪਹਿਲਾਂ ਉਹਨੂੰ ਸ਼ਾਮਲ ਕਰਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ ਜੀ ਜੀ, ਆਪਣੀ ਗੱਲ ਸਾਡੇ ਨਾਲ ਸਾਂਝੀ ਕਰੋ। ਹਾਂਜੀ, ਮੈਂ ਗੱਲ ਇਹ ਕਰਨਾ ਚਾਹੁੰਦਾ ਹਾਂ ਕਿ ਸਾਡੀ ਜਿਹੜੇ ਆਪਾਂ ਟ੍ਰੈਫਿਕ ਹੁੰਦੀ ਆ, ਵਾਧੀ ਆ, ਜਿਹੜੀਆਂ ਆਪਾਂ ਗੱਡੀਆਂ ਦੁਕਾਨਾਂ ਦੇ ਬਾਹਰ ਖੜੀਆਂ ਕਰਕੇ ਚਲੇ ਜਾਂਦੇ ਅੰਦਰ, ਜਾਂ ਰੇਹੜੀਆਂ ਲੱਗੀਆਂ ਹੁੰਦੀਆਂ ਰੋਡ ਦੇ ਉੱਤੇ, ਯਾਨੀ ਕਿ 3 ਟਰੈਕ ਹੁੰਦੇ ਨੇ ਤੇ ਇੱਕ ਟਰੈਕ ਯਾਨੀ ਕਿ ਗੱਡੀਆਂ ਖਿਲਾਰ ਕੇ ਟ੍ਰੈਫਿਕ ਕਰ ਦਿੰਦੇ ਨੇ, ਜਾਂ ਰੇਹੜੀਆਂ ਵਾਲੇ ਉੱਤੇ ਰੇਹੜੀਆਂ ਖੜੀਆਂ ਕੀਤੀਆਂ ਹੁੰਦੀਆਂ ਨੇ, ਤੇ ਪਬਲਿਕ ਨੂੰ ਚੱਲਣ ਦੀ ਵੀ ਬਹੁਤ ਮੁਸ਼ਕਲ ਆਉਂਦੀ ਆ ਜੀ। ਸਰ, ਇਹ ਇੱਕ ਕਾਮਨ ਪ੍ਰੋਬਲਮ ਹੈ ਸਾਰੀ ਜਗ੍ਹਾ ਕਿ ਸੜਕਾਂ ਸਾਡੀਆਂ ਲਿਮਟਿਡ ਹੈਗੀਆਂ ਔਰ ਉਹਦੇ ਉੱਤੇ ਇੱਕ ਲੇਨ ਜਿਹੜੀ ਹੈ ਪੂਰੀ ਪਾਰਕਿੰਗ ਬਣ ਜਾਂਦੀ। ਸੋ ਕਿਤੇ ਨਾ ਕਿਤੇ ਇਸ ਨੂੰ ਕਿੱਦਾਂ ਡੀਲ ਕਰ ਸਕਦੇ ਜਾਂ ਇਹਦੇ ਵਾਸਤੇ ਤੁਸੀਂ ਕੀ ਵਿਉਂਤਬੰਦੀ ਜਿਹੜੀ ਆ ਅਗਰ ਗੱਲ ਕਰੀਏ ਤਾਂ? ਇਹਦੇ ਵਾਸਤੇ ਜਿਹੜੀ ਹੈਗੀ, ਅਸੀਂ ਜਿਹੜੀ ਕਾਰਪੋਰੇਸ਼ਨ ਨਾਲ ਮੀਟਿੰਗ ਕੀਤੀ ਹੈ, ਇਹਦੀ ਅਲੱਗ-ਅਲੱਗ ਇਲਾਕੇ ਦੇ ਵਿੱਚ ਅਲੱਗ-ਅਲੱਗ ਪਾਰਕਿੰਗ ਬਣੂਗੀ ਜੀ। ਜਿੱਦਾਂ ਹੁਣ BMC ਚੌਂਕ ਆ, ਜਾਂ ਜਲੰਧਰ ਕਾਰਪੋਰੇਸ਼ਨ ਚੌਂਕ ਆ, ਜਾਂ ਜੋਤੀ ਚੌਂਕ ਹੈਗਾ,
ਇਹਦੇ ਵਿੱਚ ਵੀ ਪਾਰਕਿੰਗ ਆ। ਅਸੀਂ ਫਿਰ ਵੀ ਇਹ ਲੋਕਾਂ ਨੂੰ ਅਵੇਅਰਨੈਸ ਕਰੀਦਾ, ਅਨਾਉਂਸਮੈਂਟ ਕਰੀਦੀ ਆ। ਜੇ ਕੋਈ ਆਪਣੀ ਗੱਡੀ ਯੈਲੋ ਲਾਈਨ ਤੋਂ ਸਾਈਡ ਤੇ ਕਰ ਗਿਆ, ਅਸੀਂ ਉਹਨੂੰ ਵਾਰਨਿੰਗ ਦਿੰਦੇ ਆ। ਜੇ ਵਾਰਨਿੰਗ ਨਾ ਦਈਏ ਤਾਂ ਫਿਰ ਉਸ ਤੋਂ ਬਾਅਦ ਸਾਡੇ ਕੋਲ ਟੋ ਵੈਨਾਂ ਹੈਗੀਆਂ, ਅਸੀਂ ਟੋ ਵੈਨ ਕਰਕੇ ਉਹਦੀ ਲੈ ਜੀਦੀ ਆ, ਉਹਦਾ ਜਿਹੜਾ ਬੰਦਾ ਚਲਾਨ ਉਹ ਕਰੀ ਆ ਜੀ। ਸੋ ਕਿਤੇ ਨਾ ਕਿਤੇ ਸੜਕਾਂ ਦੇ ਉੱਤੇ ਅਗਰ ਪਾਰਕਿੰਗ ਕਰਾਂਗੇ ਤਾਂ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ। ਸੋ ਇਹ ਦੂਰਦਰਸ਼ਨ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਆਪਣੇ ਵਾਹੀਕਲ ਨੂੰ ਲੈ ਕੇ ਜਾਂਦੇ ਆ ਤੇ ਉਹਨੂੰ ਕਿਰਪਾ ਕਰਕੇ ਪਾਰਕਿੰਗ ਵਾਲੀ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਪਾਰਕ ਕਰੋ, ਤਾਂ ਕਿ ਲੋਕਾਂ ਨੂੰ ਇਹਦੀ ਸਮੱਸਿਆ ਜਿਹੜੀ ਆ ਉਹ ਨਾ ਆਏ। ਮੈਡਮ, ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਆਮ ਤੌਰ ਤੇ ਅੱਜ ਕੱਲ੍ਹ ਦੇਖਦੇ ਹਾਂ ਕਿ ਸਾਈਕਲਿੰਗ ਨੂੰ ਬੜਾਵਾ ਦੇਣਾ। ਸੋ ਇੰਡੀਆ ਵਿੱਚ ਅਗਰ ਗੱਲ ਕਰੀਏ ਤਾਂ ਅਸੀਂ ਇਨਫਰਾਸਟ੍ਰਕਚਰ ਵਾਈਜ਼ ਕਿੱਥੇ ਖੜੇ ਹਾਂ? ਕੀ ਇਹੋ ਜਿਹਾ ਹਿੰਦੁਸਤਾਨ ਦੇ ਵਿੱਚ ਸੰਭਵ ਹੈ? ਸੰਜੀਵ ਜੀ, ਬੜਾ ਓਨੈਸਟਲੀ ਜੇ ਮੈਂ ਤੁਹਾਨੂੰ ਦੱਸਾਂ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੈ, ਕੁਝ ਹੈਲਥ ਫਿਟਨੈਸ ਨੂੰ ਵੀ ਲੈ ਕੇ ਜਾਂ ਕੁਝ ਹੈ ਕਿ ਲੋਕ ਸਾਈਕਲਿੰਗ ਵੱਲ ਲੋਕਾਂ ਦਾ ਰੁਝਾਨ ਜਿਹੜਾ ਵਧਿਆ। ਬਟ ਉਹਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਸਾਈਕਲਿਸਟ ਵਾਸਤੇ ਰੋਡ ਸੇਫਟੀ ਨਹੀਂ ਹੈ ਜੀ। ਕਿਉਂਕਿ ਜਦੋਂ ਉਹ ਤੁਸੀਂ ਦੇਖੋ ਕਿ ਉਸੇ ਇੱਕ ਵੱਡੀ ਭੀੜ ਦੇ ਵਿੱਚ ਇੱਕ ਸਾਈਕਲਿਸਟ ਜਾ ਰਿਹਾ ਹੋਵੇ ਤੇ ਉਹਦੀ ਕੀ ਸੇਫਟੀ, ਉਹਨੂੰ ਕਿਤੋਂ ਵੀ ਕੋਈ ਨਾ ਕੋਈ ਵਹੀਕਲ ਹਿੱਟ ਕਰ ਸਕਦਾ ਹੈ। ਜੀ, ਜੇ ਉਹਨਾਂ ਨੇ ਹੈਲਮਟ ਵੀ ਪਾਇਆ ਈਵਨ ਦੈਨ ਮੈਨੂੰ ਨਹੀਂ ਲੱਗਦਾ ਕਿ ਸਾਈਕਲਿਸਟ ਵਾਸਤੇ ਅਲੱਗ ਲੇਨ ਹੋਣੀ ਚਾਹੀਦੀ ਹੈ। ਤੁਸੀਂ ਫੋਰਨ ਕੰਟਰੀਜ਼ ਦਾ ਦੇਖੋ, ਉੱਥੇ ਸਾਈਕਲਿੰਗ ਕਿਉਂ ਪਪੂਲਰ ਹੈ? ਕਿਉਂਕਿ ਉਹਨਾਂ ਦੀ ਅਲੱਗ ਲੇਨਿੰਗ ਹੈ ਜੀ। ਤੇ ਜੇ ਲੇਨਿੰਗ ਨਹੀਂ ਹੈ ਤੇ ਉਹ ਇੰਨੇ ਜ਼ਿਆਦਾ ਵਹੀਕਲਸ ਦੇ ਵਿੱਚ, ਸੇਮ ਇਜ਼ ਦਾ ਕੇਸ ਵਿਦ ਪੈਡੈਸਟਰੀਅਨਸ, ਜਿਹੜੇ ਪੈਦਲ ਚੱਲਣਾ ਵੀ ਚਾਹੁੰਦੇ ਆ ਉਹ ਵੀ ਇਸ ਕਰਕੇ ਨਹੀਂ ਚੱਲਣਾ ਚਾਹੁੰਦੇ ਵੀ ਮੇਰੇ ਆਸ-ਪਾਸ ਇੰਨੀਆਂ ਗੱਡੀਆਂ ਤੇ ਮੈਂ ਕਿੱਥੋਂ ਨਿਕਲ ਕੇ ਕਿਸ ਤਰ੍ਹਾਂ ਸੇਫ ਜਾਵਾਂਗਾ। ਤੇ ਸਾਈਕਲਿੰਗ ਦਾ ਔਰ ਜਿਹੜਾ ਵਾਕਿੰਗ ਦਾ ਹੈ, ਉਹਨਾਂ ਦੇ ਮੈਨੂੰ ਲੱਗਦਾ ਕਿ ਸੈਪਰੇਟ ਕੁਝ ਟਰੈਕਸ ਵਗੈਰਾ ਬਣਾਏ ਜਾਣ, ਜਿਹਦੇ 'ਚ ਅਸੀਂ ਹਲੇ ਕਾਫੀ ਪਿੱਛੇ ਹਾਂ ਜੀ। ਜੇ ਉਹ ਬਣਨਗੇ ਤੇ ਫਿਰ ਇਹ ਆਦਤ ਜਿਹੜੀ ਹੈ ਲੋਕਾਂ ਨੂੰ ਪੈ ਸਕਦੀ ਹੈ ਜੀ। ਤੁਸੀਂ ਕੁਝ? ਮੈਂ ਇਹਦੇ ਵਿੱਚ ਜਿਹੜਾ ਮੈਡਮ ਜੀ ਨੇ ਕਿਹਾ ਕਿ ਸਾਈਕਲਿੰਗ ਲਈ ਟਰੈਕ ਬਣਨਾ ਚਾਹੀਦਾ, ਪਿੱਛੇ ਜੇ ਲਾਕਡਾਊਨ ਦੇ ਵਿੱਚ ਕਾਫੀ ਹਾਈਵੇ ਦੇ ਉੱਤੇ ਬੱਚੇ ਜਾਂਦੇ ਸੀ ਔਰ ਉਹਨਾਂ ਦੇ ਘਰ ਦੇ ਵੀ ਜਾਂਦੇ ਸੀ, ਧੁੰਦ ਵੀ ਵਗੈਰਾ ਪੈ ਰਹੀ ਸੀ, ਅਸੀਂ ਉਹਨਾਂ ਨੂੰ ਅਵੇਅਰਨੈਸ ਕਰ ਰਹੇ ਸੀ ਕਿ ਤੁਸੀਂ ਨਹੀਂ ਸਾਈਕਲ ਚਲਾਉਣਾ। ਉਸੇ ਕਰਕੇ ਫਿਰ ਅਸੀਂ ਜਿਹੜੀ ਹੈਗੀ ਕਾਰਪੋਰੇਸ਼ਨ ਨਾਲ ਮੀਟਿੰਗ ਕਰਕੇ ਜਿਹੜਾ ਅਸੀਂ ਮਾਡਲ ਟਾਊਨ ਦੇ ਵਿੱਚ, ਮਾਡਲ ਟਾਊਨ ਏਰੀਆ ਦੇ ਵਿੱਚ 21 ਕਿਲੋਮੀਟਰ ਦਾ ਜਿਹੜਾ ਹੈਗਾ ਅਸੀਂ ਟਰੈਕ ਬਣਾ ਰਹੇ ਹਾਂ ਜੀ। ਉਹਦੇ ਵਿੱਚ 21 ਕਿਲੋਮੀਟਰ ਦਾ ਟਰੈਕ ਬਣੂਗਾ, ਉਹਦੇ ਨਾਲ ਸਾਈਡ ਦੇ ਉੱਤੇ ਜਿਹੜਾ ਹੈਗਾ ਰੈੱਡ ਟਰੈਕ ਬਣੂਗਾ, ਉੱਤੇ ਤੁਸੀਂ ਆਪਣਾ ਆਰਾਮ ਨਾਲ ਨਾਰਮਲ ਜਿਹੜਾ ਸਾਈਕਲ ਚਲਾ ਸਕਦੇ ਆ ਜੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ, ਟ੍ਰੈਫਿਕ ਸਾਡੇ ਆਫਿਸਰ ਜਿਹੜੇ ਹੈਗੇ ਆ ਔਰ ਕਾਰਪੋਰੇਸ਼ਨਸ ਨੂੰ ਮਿਲ ਕੇ ਕਿਤੇ ਨਾ ਕਿਤੇ ਇਹੀ ਵਿਵਸਥਾ ਜਿਹੜੀ ਕਰਨੀ ਚਾਹੀਦੀ, ਤਾਂ ਕਿ ਜਿਹੜੇ ਸਾਈਕਲ ਲਵਰਸ ਹੈਗੇ ਆ ਜਾਂ ਜਿਹੜੇ ਲੋਕ ਕਿਤੇ ਨਾ ਕਿਤੇ ਟ੍ਰੈਫਿਕ ਨੂੰ ਸੁਚਾਰੂ ਕਰਨ ਵਿੱਚ ਸਹਾਇਤਾ ਕਰ ਸਕਦੇ ਅਗਰ ਸਾਈਕਲਿੰਗ ਚਲਾ ਕੇ, ਤਾਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ। ਸੋ ਇਹਦੇ ਵਾਸਤੇ ਸਰਕਾਰਾਂ ਜਿਹੜੀਆਂ ਉਹ ਕੋਸ਼ਿਸ਼ ਵੀ ਕਰ ਰਹੀਆਂ। ਸਰ, ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਕੋਲੋਂ, ਕਿ ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਇਸ ਵੇਲੇ ਵਰਕ ਪਲੇਸ ਦੇ ਉੱਤੇ ਲੋਕ ਗੱਡੀਆਂ ਲੈ ਕੇ ਜਾਂਦੇ ਔਰ ਕਈ ਵਾਰ ਸਿੰਗਲ ਆਦਮੀ ਇੱਕ ਕਾਰ ਲੈ ਕੇ ਜਾਂਦਾ ਹੁੰਦਾ। ਸੋ ਇੱਕ ਤਰਕ ਇਹ ਆ ਰਿਹਾ ਕਿ ਇਹਨਾਂ ਦੀ ਪਾਰਕਿੰਗ ਆਫਿਸ ਦੇ ਵਿੱਚ ਵੀ ਪੇਡ ਕਰਤੀ ਜਾਏ। ਫਾਈਨੈਂਸ਼ੀਅਲ ਅਗਰ ਪਲੈਂਟੀ ਲਗਾਉਂਦੇ ਤਾਂ ਕਿੰਨਾ ਕਾਰਗਰ ਹੁੰਦਾ ਹੈ ਕਿ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰ ਸਕਦੇ ਹਾਂ? ਸੋ ਇਹਨੂੰ ਤੁਸੀਂ ਕਿੱਦਾਂ ਦੇਖਦੇ? ਅਸੀਂ ਜਿਹੜੀ ਪਾਰਕਿੰਗ ਦੀ ਤੁਸੀਂ ਦੱਸਿਆ ਗੱਲ ਚੱਲਦੀ ਪਈ ਹੈ, ਜੇ ਪਾਰਕਿੰਗ ਹੋਵੇ ਤਾਂ ਬੈਟਰ ਹੈ। ਕੋਈ ਬਾਹਰ ਵੀ ਅਸੀਂ ਜਦੋਂ ਫੋਰਨ ਵੀ ਕਿਤੇ ਵੀ ਜਾਂਦੇ ਹਾਂ, ਅਸੀਂ ਪਾਰਕਿੰਗ ਲਾਉਂਦੇ ਹਾਂ, ਉੱਥੇ ਸਾਨੂੰ ਦੇਣਾ ਪੈਂਦਾ, ਅਸੀਂ ਆਰਾਮ ਨਾਲ ਦਿੰਦੇ ਹਾਂ। ਇੱਥੇ ਜਦੋਂ ਅਸੀਂ ਕਿਤੇ ਜਦ 5 ਰੁਪਏ ਜਾਂ 10 ਰੁਪਏ ਕਿਸੇ ਨੂੰ ਦਈਏ, ਉਹ ਸਾਨੂੰ ਚੁੱਭਦੇ ਆ, ਉਹ ਅਸੀਂ ਸਾਈਡ ਤੇ ਖੜੀ ਕਰਕੇ ਤਾਂ ਅੰਦਰ ਚੱਲ ਜਾਂਦੇ ਹਾਂ ਜੀ। ਤੇ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪਾਰਕਿੰਗ ਹੈ ਉਹਦਾ ਪਾਰਕਿੰਗ ਮਤਲਬ ਪਾਰਕਿੰਗ 'ਚ ਗੱਡੀ ਲੱਗਣੀ ਚਾਹੀਦੀ ਹੈ, ਕਿ ਨਾ ਕਿ ਤੁਸੀਂ ਟੋ ਸਾਈਡ ਤੇ ਲਾ ਕੇ ਚਲੇ ਜਾਓ ਜੀ। ਮੈਡਮ, ਇੱਕ ਨਿਊ ਮੋਟਰ ਵਹੀਕਲ ਐਕਟ ਜਿਹੜਾ ਸਰਕਾਰ ਨੇ ਲਿਆਂਦਾ ਔਰ ਇਹਦੇ ਵਿੱਚ ਬਹੁਤ ਹੈਵੀ ਫਾਈਨਸ ਰੱਖੇ ਤਾਂ ਕਿ ਲੋਕੀ ਜਿਹੜੇ ਆ ਨਿਯਮਾਂ ਦੀ ਪਾਲਣਾ ਕਰਨ, ਔਰ ਉਹਦੇ ਵਿੱਚ ਇੱਕ ਇਹ ਹੈ ਕਿ ਮਾਈਨਰ ਅਗਰ ਕੋਈ ਐਕਸੀਡੈਂਟ ਕਰਦਾ ਤਾਂ ਉਹਦੇ ਪੇਰੈਂਟਸ ਨੂੰ ਵੀ ਇਨਵੋਲਵ ਕੀਤਾ ਗਿਆ। ਇਹ ਕਿੰਨਾ ਕੁ ਸਾਰਥਕ ਹੋ ਸਕਦਾ ਜਾਂ ਇਹਦੇ ਵਿੱਚ ਕਿਸ ਤਰੀਕੇ ਦੇ ਤੁਸੀਂ ਦੇਖਦੇ ਹੋ? ਦੇਖੋ ਜੀ, ਜਦੋਂ ਵੀ ਫਾਈਨ ਲੱਗਦਾ ਸੀਗਾ ਬੱਚਿਆਂ ਨੂੰ ਵੀ, ਜੇ ਮਾਈਨਰ ਨੂੰ ਲੱਗਿਆ ਤੇ ਉਹ ਬੀਅਰ ਤਾਂ ਫਿਰ ਵੀ ਪੇਰੈਂਟਸ ਹੀ ਕਰਦੇ ਸੀ। ਹੁਣ ਹੈ ਕਿ ਜੇ ਡਾਇਰੈਕਟਲੀ ਪੇਰੈਂਟਸ ਉਹਦੇ ਵਿੱਚ ਇਨਵੋਲਵ ਹੁੰਦੇ ਆ ਤੇ ਫਿਰ ਪੇਰੈਂਟਸ ਨੂੰ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਡੈਟਰੈਂਟ ਹੁੰਦਾ ਹੈ, ਰੁਕਦੇ ਇਸ ਗੱਲ ਲਈ ਕਿ ਅਸੀਂ ਆਪਣੇ ਮਾਈਨਰਸ ਨੂੰ ਐਨਕਰੇਜ ਨਹੀਂ ਕਰਨਾ ਵਹੀਕਲਸ ਵਾਸਤੇ। ਤੇ ਬਾਕੀ ਜਿਸ ਤਰ੍ਹਾਂ ਹੁਣੇ ਸਰ ਨੇ ਇਹ ਮਤਲਬ ਜਿਹੜੀ ਗੱਲ ਕਹੀ ਹੈ ਫੋਰਨ ਕੰਟਰੀਜ਼ ਦੇ ਹਿਸਾਬ ਨਾਲ, ਫੋਰਨ ਕੰਟਰੀਜ਼ 'ਚ ਵਾਕਈ ਇੰਨਾ ਜ਼ਿਆਦਾ ਪਾਰਕਿੰਗ ਲਈ ਦੇਣਾ ਪੈਂਦਾ ਹੈ ਕਿ ਲੋਕ ਉੱਥੇ ਗੱਡੀ ਲਿਜਾਂਦੇ ਹੀ ਨਹੀਂ ਕਿ ਪਬਲਿਕ ਟਰਾਂਸਪੋਰਟ ਤੇ ਚਲੇ ਜਾਓ ਜਾਂ ਵਾਕ ਕਰਕੇ ਚਲੇ ਜਾਓ। ਤੇ ਸਾਨੂੰ ਵੀ ਇੱਥੇ ਵੀ ਕੁਛ ਨਾ ਕੁਛ, ਕਿਉਂਕਿ ਦੇਖੋ ਬੱਚਿਆਂ ਦੀ ਮੋਬਿਲਿਟੀ ਪਿਛਲੇ ਕਈ ਸਾਲਾਂ 'ਚ ਬਹੁਤ ਵੱਧ ਗਈ ਹੈ। ਬੱਚੇ ਨੇ ਸਵੇਰੇ ਕਾਲਜ ਜਾਣਾ, ਸਕੂਲ ਜਾਣਾ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਟਿਊਸ਼ਨਸ ਵਗੈਰਾ ਤੇ ਜਾਣਾ ਹੈ। ਤੁਸੀਂ ਦੇਖੋਗੇ ਕਿ ਜਿਹੜਾ ਸ਼ਾਮ ਤੱਕ ਰੋਡਸ ਦਾ ਟ੍ਰੈਫਿਕ ਜਿਹੜਾ ਨਾ ਉਹ ਬੱਚਿਆਂ ਦਾ ਤੁਹਾਨੂੰ ਨਜ਼ਰ ਆਏਗਾ। ਹੁਣ ਉਹਦੇ ਵਿੱਚ ਪੇਰੈਂਟਸ ਕੀ ਕਰਦੇ ਆ ਕਿ ਆਪਣੇ ਮਾਈਨਰਸ ਆਪਣੇ ਆਪ ਨੂੰ ਥੋੜਾ ਜਿਹਾ ਫ੍ਰੀ ਕਰਨ ਵਾਸਤੇ ਉਹ ਮਾਈਨਰ ਨੂੰ ਗੱਡੀਆਂ ਜਾਂ ਸਕੂਟਰ ਦਿੰਦੇ ਆ, ਔਰ ਗੱਡੀਆਂ ਦਿੰਦੇ ਆ ਕਿਉਂਕਿ ਜਿਹੜੇ 2 ਵੀਲਰਸ ਆ ਉਹ ਉਹਨਾਂ ਨੂੰ ਸੇਫ ਨਹੀਂ ਲੱਗਦੇ। ਔਰ ਤੁਸੀਂ ਦੇਖਿਆ ਹੋਣਾ ਕਿ 2 ਵੀਲਰਸ ਜਿਹੜੇ ਆ ਉਹ ਕਈ ਵਾਰੀ ਬੱਚਿਆਂ ਨੂੰ ਬੜੇ ਉਹਨਾਂ ਦੇ ਕਰੀਅਰ ਈਅਰਸ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਜਾਂਦਾ ਹੈ ਜਾਂ ਉਹਨਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ।
ਹੁਣ ਕਿਤੇ ਨਾ ਕਿਤੇ ਇਹ ਉਹੀ ਇੱਕ ਸਰਕਲ ਹੈ ਜਿੱਤੇ ਸਾਨੂੰ ਕਿਤੇ ਨਾ ਕਿਤੇ ਬ੍ਰੇਕ ਕਰਨਾ ਪਏਗਾ ਜੀ। ਸੋ ਬਹੁਤ ਅਹਿਮ ਹੈ ਕਿ ਸਰਕਾਰ ਵੀ ਚਿੰਤਿਤ ਹੈ ਕਿ ਬੱਚੇ ਜਿਹੜੇ ਛੋਟੀ ਉਮਰ ਦੇ ਬੱਚੇ ਜਦੋਂ ਵਹੀਕਲ ਲੈ ਕੇ ਜਾਂਦੇ ਤਾਂ ਐਕਸੀਡੈਂਟ ਮਾਤਾ ਪਿਤਾ ਨੂੰ ਅਗਰ ਨਾਲ ਇਨਵੋਲਵ ਕੀਤਾ ਜਾਏ ਤਾਂ ਸ਼ਾਇਦ ਇਸ ਨੂੰ ਡੈਟਰਨ ਦੇ ਤੌਰ ਤੇ ਦੇਖਿਆ ਜਾਏ। ਇੱਕ ਦਰਸ਼ਕ ਸਾਡੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ ਆ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ ਸ਼ਰਮਾ ਜੀ ਨਮਸਕਾਰ। ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਮੈਂ ਬੇਨਤੀ ਕਰਾਂ ਵੀ ਬਹੁਤ ਡੂੰਘੀ ਚਰਚਾ ਹੋਈ ਆ, ਮੈਡਮ ਜੀ ਨੇ ਵੀ ਕੀਤੀ ਆ ਤੇ ਡੋਗਰਾ ਜੀ ਨੇ ਵੀ ਕੀਤੀ ਆ, ਤੁਸੀਂ ਵੀ ਕੀਤੀ ਆ ਜੀ। ਮਾਪੇ ਜਿਹੜੇ ਆ ਉਹ ਬੱਚਿਆਂ ਦੇ ਮੋਹਰੇ ਮਜਬੂਰ ਆ। ਬੱਚਿਆਂ ਦਾ ਪ੍ਰੈਸ਼ਰ ਮਾਪਿਆਂ ਉੱਤੇ ਨਾ ਮਾਪੇ ਨਾ ਨਹੀਂ ਕਰ ਸਕਦੇ। ਦੂਜਾ ਹੈਗਾ ਵੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਾਰੇ ਕੈਂਪ ਵੀ ਪਿੰਡਾਂ 'ਚ ਲਾਏ ਆ, ਇੱਥੇ ਸਕੂਲ ਜਿਹੜੇ ਆ ਵੱਡੇ ਵਿਦਿਆਰਥੀ ਹੈਗੇ ਆ, ਪਰ ਉਹਦਾ ਕੋਈ ਰਿਜ਼ਲਟ ਬਾਹਰ ਨਹੀਂ ਆਇਆ। ਮੈਂ ਇਹ ਗੱਲ ਕਹਾ ਵੀ ਮੈਡਮ ਨੇ ਕਿਹਾ ਵੀ ਬੱਸ ਕੰਡਕਟਰ ਉਹਦਾ ਡਰਾਈਵਰ ਬੀਬੀ ਰਾਣੀ ਜਿਹੜੀਆਂ ਬੱਸਾਂ ਹੈਗੀਆਂ ਬੜੇ ਬੜੇ ਧਰਾਡਾ ਰਹੀਆਂ, ਕੌਣ ਰੋਕੇਗਾ ਇਹਨਾਂ ਨੂੰ? ਦੂਜਾ ਜਿਹੜਾ ਬੱਸ ਚੱਲਦੀ ਆ ਉਹ ਸ਼ਰੀਰ ਗਾਣੇ ਵੱਜਦੇ ਜਿਹੜੇ ਸੁਣੇ ਨਹੀਂ ਜਾ ਸਕਦੇ। ਟ੍ਰੈਫਿਕ ਨਾਲ ਇਹ ਵੀ ਟ੍ਰੈਫਿਕ ਚ ਸ਼ਾਮਲ ਹੈ ਨਾ ਇਹ ਜੀ। ਮੈਂ ਕੋ ਗੱਲ ਕਰਨੀ ਹੈ ਡੋਗਰਾ ਜੀ, ਸਾਨੂੰ ਬੜੀ ਮੁਸੀਬਤ ਹੈ ਭੋਪਰ 'ਚ। ਸਾਡੇ ਭੋਪਰ ਵਿੱਚ 400 ਗੱਡੀ ਜਿਹੜੀ ਆ ਉਹ ਬਾਜ਼ਾਰ 'ਚ ਲੱਗੀ ਆ। ਦਿੱਲੀ ਤੋਂ ਲੈ ਕੇ ਜੰਮੂ ਤੱਕ ਕੋਈ ਕਾਰ ਨਹੀਂ, ਕੋਈ ਸਾਈਕਲ ਨਹੀਂ ਖੜਾ ਹੋ ਸਕਦਾ। ਮੇਰੇ ਭੋਪਰ 'ਚ ਕਾਰ ਖੜੀ ਆ, ਬਰਾਏ ਮੇਰੇ ਬਾਰੇ ਜਿੰਨਾ ਤੁਸੀਂ ਸੁਧਾਰ ਕਰਦੇ ਆ, ਲਾਲ ਬੱਤੀ ਬਾਰੇ ਦੱਸਦੇ ਆ, ਸ਼ਹਿਰ ਬਾਰੇ ਦੱਸਦੇ ਆ। ਮੈਂ ਇੱਕੋ ਗੱਲ ਕਰਦਾ, ਤੁਸੀਂ ਰੱਬ ਦਾ ਵਾਅਦਾ ਜਿਹੜੀ ਸਾਨੂੰ ਟੀਵੀ ਹੋਈ ਆ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ। ਧੰਨਵਾਦ, ਮਿਹਰਬਾਨੀ ਜੀ। ਨੋਰੇ, ਇਹ ਬੜੀ ਇੱਕ ਕਾਮਨ ਸਮੱਸਿਆ ਸ਼ਹਿਰਾਂ ਦੀ ਕਿ ਸੜਕਾਂ ਦੇ ਕਿਨਾਰੇ ਜਿਸ ਤਰ੍ਹਾਂ ਭੋਗਪੁਰ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ, ਔਰ ਦੂਸਰਾ ਇੱਕ ਬੱਸਾਂ ਵਿੱਚ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮਿਊਜ਼ਿਕ ਜਿਹੜਾ ਹੈ ਉਸ ਨੂੰ ਲੈ ਕੇ ਵੀ ਕੀ ਇਹ ਵੀ ਤੁਹਾਡੇ ਦਾਇਰੇ ਵਿੱਚ ਆਉਂਦਾ ਜਾਂ ਇਸ ਨੂੰ ਕਿਸ ਤਰੀਕੇ ਨਾਲ ਚੈੱਕ ਕੀਤਾ ਜਾ ਸਕਦਾ? ਇਹਦੇ ਵਿੱਚ ਅਸੀਂ ਜਿੱਦਾਂ ਸਾਨੂੰ ਕੋਈ ਸ਼ਿਕਾਇਤ ਕਰ ਦਿੰਦਾ ਆ ਕਿ ਇਹ ਬੱਸ ਦੇ ਵਿੱਚ ਗਾਣੇ ਲੱਗੇ ਆ, ਅਸੀਂ ਉਹ ਬੱਸ ਦਾ ਚਲਾਨ ਕਰ ਦਈਦਾ ਆ ਜੀ। ਠੀਕ ਹੈ ਜੀ। ਜਾਂ ਕੋਈ ਵਿੱਚ ਸੁਣਦਾ ਜਾਂ ਕੋਈ ਗੱਲ ਕਰਦੇ ਜਾਂ ਰੋਂਗ ਸਾਈਡ ਲਾਉਂਦੇ ਆ, ਅਸੀਂ ਤੁਹਾਨੂੰ ਦੱਸਿਆ ਪਹਿਲਾਂ ਉਹਨਾਂ ਦਾ ਚਲਾਨ ਕਰੀਦਾ। ਜੇ ਰੋਂਗ ਸਾਈਡ ਤੇ ਵੀ ਗੱਡੀ ਲਾਤੀ, ਕੁਝ ਲਾਤੀ, ਅਸੀਂ ਉਹਨਾਂ ਦਾ ਟੋ ਕਰਕੇ ਲੈ ਜਾਈਦਾ, ਉਹਨਾਂ ਦਾ ਚਲਾਨ ਕਰੀਦਾ ਆ। ਔਰ ਜਿੱਦਾਂ ਤੁਸੀਂ ਲਾ ਲਓ PAP ਚੌਂਕ ਆ, ਉੱਥੇ ਬੱਸਾਂ ਲੱਗਦੀਆਂ ਸਾਈਡਾਂ ਤੇ, ਸਾਡੇ ਟ੍ਰੈਫਿਕ ਵਾਲੇ ਉਹ ਹੁੰਦੇ ਉੱਥੇ, ਜੇ ਕੋਈ ਗਾਣਾ ਜਾਂ ਕੋਈ ਲੱਗਾ ਹੁੰਦਾ ਅਸੀਂ ਚਲਾਨ ਕਰੀਦਾ। ਬੱਸ ਬੰਦ ਕਰਦੀ, ਕੋਈ ਹੋਵੇ, ਕਿਸੇ ਦੀ ਵੀ ਹੋਵੇ, ਕਿਸੇ ਦੀ ਵੀ ਪੋਲੀਟੀਸ਼ੀਅਨ ਦੀ ਵੀ, ਕਿਸੇ ਦੀ ਵੀ, ਅਸੀਂ ਬੱਸ ਬੰਦ ਕਰ ਦਈਦੀ ਆ, ਜੋ ਮਰਜ਼ੀ ਹੋਵੇ। ਕਿਸੇ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾਂਦੀ। ਮੈਂ ਇੱਕ ਇਹ ਵੀ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕੋਈ ਰੂਲਸ ਦੀ ਉਲੰਘਣਾ ਹੋ ਰਹੀ ਹੈ, ਅਗਰ ਕਿਸੇ ਬੰਦੇ ਨੇ ਕੋਈ ਕੰਪਲੇਂਟ ਕਰਨੀ ਹੈ ਤਾਂ ਉਹ ਤੁਹਾਡਾ ਕਿਹੜੇ ਨੰਬਰ ਦੇ ਉੱਤੇ ਕਿੱਦਾਂ ਸੰਪਰਕ ਜਿਹੜਾ ਤੁਹਾਡੇ ਨਾਲ ਸਾਧ? ਸਾਡੇ ਕੰਟਰੋਲ ਰੂਮ ਦਾ ਨੰਬਰ ਹੈ ਜੀ 95929 ਜੀ 18501 18502। ਇੱਥੇ ਜਦੋਂ ਮਰਜ਼ੀ ਕੰਪਲੇਂਟ ਕਰ ਸਕਦੇ ਆ। ਇਹ ਸਾਡੇ ਮਾਨਯੋਗ DGP ਸਾਹਿਬ ਨੇ ਹਦਾਇਤਾਂ ਦਿੱਤੀਆਂ, ਇਹ ਸਿੱਧੀ ਕਾਲ ਕਰ ਸਕਦੇ, ਅਸੀਂ ਉਸ ਵੇਲੇ ਤੁਰੰਤ ਪਹੁੰਚ ਜਾਂਦੇ। ਇਹ ਸਾਡੇ ਕੰਟਰੋਲ ਰੂਮ ਦਾ ਨੰਬਰ ਹੈ ਜੀ। ਸੋ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ ਨੂੰ ਵੀ ਜਾਗਰੂਕ ਰਹਿਣਾ ਚਾਹੀਦਾ, ਆਪਣਾ এনवायरमेंट, ਆਪਣਾ ਆਲਾ ਦੁਆਲਾ ਜਿਹੜਾ ਦੇਖਣਾ ਚਾਹੀਦਾ। ਕਿਤੇ ਵੀ ਸਮੱਸਿਆ ਹੈ ਉਸ ਦੀ ਸੂਚਨਾ ਜਿਹੜੀ ਅਗਰ ਟ੍ਰੈਫਿਕ ਪੁਲਿਸ ਨੂੰ ਸਮੇਂ ਸਿਰ ਮਿਲੇ ਤਾਂ ਉਸ ਨੂੰ ਨਿਜਾਤ ਜਿਹੜੀ ਉਹ ਮਿਲ ਸਕਦੀ। ਮੈਡਮ, ਤੁਹਾਡੇ ਕੋਲੋਂ ਕਿਉਂਕਿ ਇੱਕ ਸਮੱਸਿਆ ਇਸ ਦੇ ਨਾਲ ਸਭ ਤੋਂ ਵੱਡੀ ਲਿੰਕ ਹੁੰਦੀ ਹੈ ਕਿ ਪਾਪੂਲੇਸ਼ਨ, ਓਵਰ ਪਾਪੂਲੇਸ਼ਨ। ਸੋ ਸਾਡੇ ਦੇਸ਼ ਦੇ ਵਿੱਚ ਸ਼ਾਇਦ ਜਨਸੰਖਿਆ ਜਿਹੜੀ ਜਿਸ ਤਰੀਕੇ ਦੇ ਨਾਲ ਵਧੀ ਔਰ ਉਹਨਾਂ ਦੇ ਕੋਲ ਜਿਸ ਤਰੀਕੇ ਨਾਲ ਰਿਸੋਰਸਿਸ ਆਏ ਆ, ਇਸ ਵੇਲੇ ਈਜ਼ੀ ਫਾਈਨਾਂਸ ਨਾਲ ਅਸੀਂ ਗੱਡੀਆਂ ਜਿਹੜੀਆਂ ਲੈ ਲਈਆਂ, ਸੋ ਇਹ ਕਿੰਨਾ ਕੁ ਸਹਾਈ ਹੋਇਆ ਟ੍ਰੈਫਿਕ ਦੀ ਸਮੱਸਿਆ ਨੂੰ? ਇਹ ਤੇ ਮੈਂ ਤੁਹਾਨੂੰ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਇਹੀ ਕਿਹਾ ਕਿ ਡਿਮਾਂਡ ਜਿਹੜੀ ਹੈ ਉਹ ਇਸੇ ਕਰਕੇ ਵਧੀ ਹੈ ਕਿਉਂਕਿ ਵਹੀਕਲਸ ਇੰਨੇ ਜ਼ਿਆਦਾ ਹੋ ਗਏ ਸੜਕਾਂ ਉੱਤੇ, ਔਰ ਉਹਦੇ ਨਾਲ ਜਿਹੜਾ ਹੈਗਾ ਕਿ ਟ੍ਰੈਫਿਕ ਪੁਲਿਸ ਦਾ ਨੰਬਰ ਜਿਹੜਾ ਉਹਦੇ ਕੰਪੈਰੀਜ਼ਨ 'ਚ ਬਹੁਤ ਘੱਟ ਹੈ। ਉਹ ਮਤਲਬ ਸੜਕਾਂ ਹੀ ਛੋਟੀਆਂ ਪੈ ਗਈਆਂ, ਇੰਨੇ ਵਹੀਕਲਸ ਹੈ, ਹਰ ਘਰ ਦੇ ਵਿੱਚ ਗੱਡੀਆਂ ਹੈਗੀਆਂ ਇੰਨੀਆਂ ਜ਼ਿਆਦਾ, ਔਰ ਸਾਰੇ ਮੈਂਬਰਸ ਜਿਹੜੇ ਆਪਣੇ ਆਪਣੇ ਵਹੀਕਲ ਤੇ ਜਾ ਰਹੇ ਆ, ਤੇ ਫਿਰ ਟ੍ਰੈਫਿਕ ਤਾਂ ਹੋਏਗਾ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇੰਨੇ ਹੀ ਟ੍ਰੈਫਿਕ ਵਧਾਉਣ ਦੇ ਵਿੱਚ ਜਿਹੜਾ ਹੈ ਰੋਲ ਪਲੇ ਕੀਤਾ। ਸੋ ਡੇਲੀ ਦੀ ਗੱਡੀ 10,000 ਜਿਹੜੀ ਗੱਡੀ ਡੇਲੀ ਦੀ ਗੱਡੀ ਜਿਹੜੀ 10,000 ਡੇਲੀ ਆ ਰਹੀ ਹੈ ਜੀ, ਉਹ ਸੜਕਾਂ ਦੇ ਉੱਤੇ ਆ ਰਹੀ ਹੈ ਜੀ। ਨਵੀਂ ਗੱਡੀ ਇਸ਼ੂ ਹੋ ਰਹੀ, ਸਕੂਟਰ ਹੋ ਰਹੇ, ਐਕਟਿਵਾ ਹੋ ਰਹੇ ਆ, ਆਟੋ ਹੋ ਰਹੇ ਆ, ਦੂਜੀਆਂ ਗੱਡੀਆਂ, ਕਾਰਾਂ ਆ ਰਹੀਆਂ ਜੀ। ਸੜਕਾਂ ਸਾਡੀਆਂ ਉਹੀ ਹੈ ਜੀ। ਇਸ ਕਰਕੇ ਅਸੀਂ ਮਤਲਬ ਜੇ 4 ਪਰਿਵਾਰ ਆ ਤੇ 4 ਹੀ ਗੱਡੀਆਂ ਐਕਟਿਵਾ ਉਹਨਾਂ ਦੇ ਘਰ ਆ। ਅਸੀਂ ਚਾਹੁੰਦੇ ਕਿ ਤੁਸੀਂ ਪਰਿਵਾਰ ਦੇ ਨਾਲ, ਜੇ ਇਹ ਨਹੀਂ ਕਿ 4 ਪਰਿਵਾਰ 4 ਮੈਂਬਰ ਤੇ 4 ਹੀ ਅਲੱਗ-ਅਲੱਗ ਗੱਡੀਆਂ ਜਾਣ, ਇਹ ਹੋ ਸਕਦਾ ਇੱਕ ਗੱਡੀ 4 ਹੀ ਮੈਂਬਰ ਜਿਹੜੇ ਉਹ ਸ਼ੇਅਰ ਕਰਨ। ਜਿੰਨਾ ਟ੍ਰੈਫਿਕ ਬਹੁਤ ਇੰਪੋਰਟੈਂਟ ਹੈ ਕਿ ਟ੍ਰੈਫਿਕ ਸੜਕਾਂ ਦੇ ਉੱਤੇ ਉਸ ਨੂੰ ਨਿਯਮਿਤ ਕਰਨਾ ਔਰ ਦੂਸਰਾ ਉਹਦੇ ਨਿਯਮਾਂ ਦੀ ਪਾਲਣਾ ਕਰਨਾ। ਮੈਡਮ, ਮੈਂ ਚੂੰਕਿ ਸਮਾਂ ਬਹੁਤ ਤੇਜ਼ੀ ਦੇ ਨਾਲ ਜਾ ਰਿਹਾ, ਚੰਦ ਸੈਕਿੰਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਤੁਸੀਂ ਐਡਵਾਈਸ, ਕੀ ਜਿਹੜਾ ਮੈਸੇਜ ਦੇਣਾ ਚਾਹੋਗੇ ਤਾਂ ਕਿ ਨਿਯਮ ਜਿਹੜੇ ਹੈ ਉਹਨਾਂ ਨੂੰ ਪਾਲਣਾ ਕੀਤੀ ਜਾ ਸੋ ਅਸੀਂ ਐਕਸੀਡੈਂਟ ਤੋਂ ਬਚ ਸਕੀਏ? ਨਿਯਮਾਂ ਦੀ ਸਟ੍ਰਿਕਟ ਪਾਲਣਾ ਕਰਨ ਵਾਸਤੇ ਸਾਨੂੰ ਆਪਣੇ ਆਪ ਦੇ ਵਿੱਚ ਸੈਲਫ ਕੰਟਰੋਲ
ਔਰ ਆਪਣੇ ਬੱਚਿਆਂ ਨੂੰ ਹੀ ਇਸ ਚੀਜ਼ ਲਈ ਜਿਹੜੀ ਇੱਕ ਠੀਕ ਸਿੱਖਿਆ ਜਿਹੜੀ ਦੇਣੀ ਹੈ ਇਹੀ ਜ਼ਰੂਰੀ ਹੈ ਜੀ। ਸੋ ਡੋਰਾ ਤੁਸੀਂ ਕੀ ਕਹਿਣਾ ਮੈਂ ਇਹੀ ਚਾਹਨਾ ਕਿ ਜਿਹੜੀ ਟ੍ਰੈਫਿਕ ਦੀ ਆ ਪਾਲਣਾ ਕੀਤੀ ਜਾਵੇ ਔਰ ਰੈੱਡ ਲਾਈਨ ਨਾ ਕ੍ਰਾਸ ਕਰਨ, ਕਿਉਂਕਿ ਤੁਹਾਡਾ ਘਰ ਕੋਈ ਇੰਤਜ਼ਾਰ ਕਰ ਰਿਹਾ, ਤੁਹਾਡੀ ਮਦਰ, ਤੁਹਾਡੇ ਫਾਦਰ, ਤੁਹਾਡੀ ਵਾਈਫ, ਤੁਹਾਡੇ ਬੱਚੇ। ਇਸ ਕਰਕੇ ਹੈਗੀ ਜਿਹੜੀ ਟ੍ਰੈਫਿਕ ਦੀ ਉਲੰਘਣਾ ਨਾ ਕਰੋ ਕਿ ਤੁਹਾਡਾ ਵੀ ਘਰ ਕੋਈ ਇੰਤਜ਼ਾਰ ਕਰ ਰਿਹਾ। ਬਹੁਤ ਇੰਪੋਰਟੈਂਟ ਮੈਸੇਜ ਹੈ ਕਿ ਹਮੇਸ਼ਾ ਆਪਣੀ ਫੈਮਿਲੀ ਦਾ ਆਪਣਾ ਖਿਆਲ ਰੱਖਿਓ ਕਿ ਦੇਰ ਦੇ ਨਾਲੋਂ ਜਿਹੜਾ ਹੈ ਉਹ ਜਿਹੜਾ ਹਮੇਸ਼ਾ ਲਈ ਨਹੀਂ ਪਹੁੰਚਣਾ, ਕਿਤੇ ਨਾ ਕਿਤੇ ਖਤਰਾ ਹੋ ਸਕਦਾ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਦਰਸ਼ਕ ਸਾਡੇ ਭਰਪੂਰ ਇਸ ਜਾਣਕਾਰੀ ਤੋਂ ਲਾਭ ਉਠਾਏਗਾ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ।